ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕਿਰਚੋਫ ਲਾਅ ਦੀ ਐਪਲੀਕੇਸ਼ਨ ਵੀਟਸਟੋਨ ਬ੍ਰਿਜ ਪੜ੍ਹਾਂਗੇ। ਵੀਟਸਟੋਨ ਬ੍ਰਿਜ ਹੈਗਾ ਕੀ ਹੈ? ਵੀਟਸਟੋਨ ਬ੍ਰਿਜ ਇੱਕ ਐਪਲੀਕੇਸ਼ਨ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿਰਚੋਫ ਲਾਅ ਦੀ। ਇਹਦੇ ਨਾਲ ਸਾਨੂੰ ਬਹੁਤ ਕੁਝ ਸੌਖਾ ਹੋ ਜਾਂਦਾ ਰਜਿਸਟੈਂਸਿਸ ਦੀ ਵੈਲਿਊ ਫਾਈਂਡ ਕਰਨ ਲਈ। ਜਿਵੇਂ ਅਸੀਂ ਅਨਨੋਨ ਰਜਿਸਟੈਂਸ ਦੀ ਵੈਲਿਊ ਫਾਈਂਡ ਕਰਨੀ ਹੋਵੇ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਓਮਜ਼ ਲਾ ਯੂਜ਼ ਕਰਦੇ ਹਾਂ ਪਹਿਲਾਂ, ਜਿਵੇਂ ਅਸੀਂ ਪੜ੍ਹਿਆ। ਬਟ ਓਮਜ਼ ਲਾ ਦੇ ਵਿੱਚ ਸਾਨੂੰ ਕੁਝ ਪ੍ਰੋਬਲਮਸ ਇਹ ਆਉਂਦੀਆਂ ਨੇ ਜਦੋਂ ਅਸੀਂ ਤਾਰਾਂ ਕਨੈਕਟ ਕਰਦੇ ਹਾਂ V=IR ਅਪਲਾਈ ਕਰਨ ਦੇ ਲਈ। ਇੱਕ ਸਾਡੇ ਕੋਲੇ ਬੈਟਰੀ ਹੁੰਦੀ ਆ ਐਂਡ ਨਾਲ ਸਾਡੇ ਕੋਲੇ ਰਜਿਸਟੈਂਸ ਹੁੰਦਾ ਹੈ, ਅਤੇ ਜਿਹੜੀ ਅਸੀਂ ਅਨਨੋਨ ਰਜਿਸਟੈਂਸ ਜੇ ਫਾਈਂਡ ਕਰਨੀ ਆ। ਐਂਡ ਨਾਲ ਦੀ ਨਾਲ ਅਸੀਂ ਇੱਕ ਐਮੀਟਰ ਲਗਾਇਆ ਹੁੰਦਾ। ਐਮੀਟਰ ਅਤੇ ਰਜਿਸਟੈਂਸ ਦੇ ਪੈਰਲਰ ਦੇ ਵਿੱਚ ਅਸੀਂ ਇੱਕ ਵੋਲਟ ਮੀਟਰ ਵੀ ਲਾਇਆ ਹੁੰਦਾ। ਤਾਂ ਜਿਹੜੀਆਂ ਵਾਇਰਸ ਦੀ ਰਜਿਸਟੈਂਸ ਆ ਇਹ ਵੀ ਵਿੱਚ ਐਡ ਅਪ ਹੋ ਜਾਂਦੀ ਹੈ ਸਾਨੂੰ ਰਜਿਸਟੈਂਸ ਦੇ ਤੋਂ। ਜਿਹੜੀ ਸਾਡੀ ਰਜਿਸਟੈਂਸ ਅਸੀਂ ਫਾਈਂਡ ਕਰਦੇ ਹਾਂ ਉਹਦੀ ਵੈਲਿਊ ਐਕੂਰੇਟ ਨਹੀਂ ਹੁੰਦੀ। ਜੇ ਐਕੂਰੇਟ ਨਹੀਂ ਹੁੰਦੀ ਤਾਂ ਇਹ ਪ੍ਰੋਬਲਮ ਸੀ ਵੀ ਕੋਈ ਇੱਦਾਂ ਦਾ ਮੈਥਡ ਲੱਭਿਆ ਜਾਵੇ ਜਿਹਦੇ ਨਾਲ ਅਸੀਂ ਕਿਸੇ ਅਨਨੋਨ ਰਜਿਸਟੈਂਸ ਦੀ ਵੈਲਿਊ ਫਾਈਂਡ ਕਰਨੀ ਹੋਵੇ ਐਂਡ ਉਹ ਵੈਲਿਊ ਸਾਡੀ ਪੂਰੀ ਐਕੂਰੇਸੀ ਦੇ ਵਿੱਚ ਅਸੀਂ ਫਾਈਂਡ ਕਰੀਏ। ਦੈਨ ਦੀ ਮੈਥਡ ਵਾਜ਼ ਸੁਜੈਸਟਡ ਬਾਈ ਵੀਟਸਟੋਨ। ਕੀ ਮੈਥਡ ਹੈ? ਇਹਨੇ ਇੱਕ ਬ੍ਰਿਜ ਸਰਕਟ ਬਣਾਇਆ। ਕਿੱਦਾਂ ਦਾ ਬ੍ਰਿਜ ਸਰਕਟ ਬਣਾਇਆ? ਇੱਕ 4 ਰਜਿਸਟੈਂਸਿਸ ਯੂਜ਼ ਕੀਤੀਆਂ, ਜਿਵੇਂ ਇੱਥੇ ਮੈਂ ਤੁਹਾਨੂੰ ਸ਼ੋਅ ਕਰਕੇ ਦਿਖਾ ਰਿਹਾ। ਦੂਸਰੀ ਰਜਿਸਟੈਂਸ, ਪਹਿਲੀ ਰਜਿਸਟੈਂਸ ਮੇਰੀ R ਇੱਥੇ ਲੱਗ ਗਈ ਆ, ਇਹਨਾਂ ਨੂੰ ਆਪਾਂ ਨੇਮਿੰਗ ਕਰਦੇ ਹਾਂ। ਇਹਨੂੰ ਮੈਂ R1 ਕਹਿ ਦਿੰਦਾ, ਇਹਨੂੰ R2 ਕਹਿ ਦਿੰਦਾ। ਐਂਡ ਇੱਥੇ ਵਾਲੀ ਰਜਿਸਟੈਂਸ ਆ ਜਿਹੜੀ, ਇਹਨੂੰ R4 ਆ ਐਕਚੁਅਲੀ ਇਹ, ਅਤੇ ਇੱਧਰ ਵਾਲੀ ਰਜਿਸਟੈਂਸ ਆ ਜਿਹੜੀ ਇਹ R3 ਹੈ, ਅਤੇ R4 ਆ ਜਿਹੜੀ ਇਹ ਸਾਡੀ ਅਨਨੋਨ ਰਜਿਸਟੈਂਸ ਆ ਜਿਹੜੀ ਅਸੀਂ ਫਾਈਂਡ ਕਰਨੀ ਹੈ। ਹੁਣ ਇਹਦੇ ਪੁਆਇੰਟਸ ਨੇ ਜਿਹੜੇ ਸਾਡੇ ਕੋਲ, ਇਹ ਆ ਸਾਡਾ B ਪੁਆਇੰਟ ਆ, ਇਹ ਸਾਡਾ C ਪੁਆਇੰਟ ਆ, ਅਤੇ ਇੱਥੇ ਸਾਡਾ D ਪੁਆਇੰਟ ਆ। ਇਹਦੇ ਵਿੱਚ ਇੱਕ ਸਾਡਾ ਗਲਵੈਨੋਮੀਟਰ ਲੱਗਿਆ ਹੋਇਆ ਹੈ ਵਿਚਕਾਰ ਬਿਟਵੀਨ ਪੁਆਇੰਟਸ B ਐਂਡ D ਟੂ ਚੈੱਕ ਦੀ ਕਰੰਟ ਫਲੋਇੰਗ ਥਰੂ ਦਿਸ ਆਰਮ। ਹੁਣ A ਤੋਂ ਲੈ ਕੇ C ਦੇ ਵਿਚਕਾਰ ਅਸੀਂ ਇੱਕ ਬੈਟਰੀ ਅਪਲਾਈ ਕਰ ਦਿੰਦੇ ਹਾਂ ਟੂ ਹੈਵ ਏ ਕਰੰਟ ਇਨ ਦੀ ਸਰਕਟ। ਹੁਣ ਬੈਟਰੀ ਦਾ ਪੋਜ਼ੀਟਿਵ ਲੈਫਟ ਸਾਈਡ 'ਤੇ ਆ, ਅਤੇ ਇਸ ਕਰਕੇ ਕਰੰਟ ਜਿਹੜਾ I ਹੈ ਉਹ ਫਲੋ ਕਰੇਗਾ ਫਰੋਮ ਪੁਆਇੰਟ A ਤੋਂ ਆ ਕੇ ਕਰੰਟ 2 ਹਿੱਸਿਆਂ 'ਚ ਡਿਵਾਈਡ ਹੋ ਜਾਏਗਾ। ਇੱਕ ਹਿੱਸਾ I2 ਆ ਜਿਹੜਾ ਇਹ ਉੱਪਰ ਨੂੰ ਚਲਾ ਜਾਏਗਾ, ਅਤੇ I1 R1 ਰਜਿਸਟੈਂਸ ਦੇ ਵਿੱਚੋਂ ਦੀ ਨੀਚੇ ਨੂੰ ਚਲਾ ਜਾਏਗਾ। ਇਸੇ ਤਰ੍ਹਾਂ ਜਦੋਂ I2 ਪੁਆਇੰਟ B 'ਤੇ ਪਹੁੰਚੇਗਾ ਦੈਨ ਅਗੇਨ ਇਟ ਵਿਲ ਬੀ ਡਿਵਾਈਡਡ ਇਨਟੂ 2 ਪਾਰਟਸ, ਅਤੇ ਇੱਕ ਹਿੱਸਾ ਸਾਡੇ ਕੋਲੇ ਚਲਿਆ ਜਾਏਗਾ ਗਲਵੈਨੋਮੀਟਰ ਵਾਲੇ ਪਾਸੇ, ਦੂਸਰਾ ਹਿੱਸਾ R4 ਦੇ ਵਿੱਚੋਂ ਦੀ ਲੰਘ ਜਾਏਗਾ ਗਲਵੈਨੋਮੀਟਰ ਵਾਲੇ ਪਾਸੇ। ਹੁਣ ਜਿਹੜਾ ਗਿਆ ਇਹਨੂੰ ਮੈਂ IG ਕਹਿ ਦਿੰਦਾ, ਅਤੇ ਜਿਹੜਾ ਅਨਨੋਨ ਰਜਿਸਟੈਂਸ ਵਾਲੇ ਪਾਸੇ ਲੰਘਿਆ ਇਹਨੂੰ ਮੈਂ I4 ਕਹਿ ਦਿੰਦਾ। ਐਂਡ I1 ਆ ਜਿਹੜਾ ਉਹ A ਤੋਂ ਜਦੋਂ ਚੱਲਿਆ ਉਹ D ਤੱਕ ਆਇਆ, D ਤੱਕ ਆ ਕੇ ਇਹਦੇ ਵਿੱਚ ਐਡ ਹੋ ਗਿਆ ਜਿਹੜਾ ਉੱਪਰੋਂ ਕਰੰਟ ਆ ਰਿਹਾ ਸੀ IG, ਤਾਂ ਇਹ ਬਣ ਗਿਆ ਜੀ I3, ਲੈਟ ਇਟ ਬੀ I3। ਬਟ ਇਹ ਸਾਰੇ ਕਰੰਟ ਇਕੱਠੇ ਹੋ ਕੇ C ਪੁਆਇੰਟ ਦੇ ਉੱਤੇ ਅਗੇਨ ਸਾਡੇ ਕੋਲ I ਕਰੰਟ ਵਾਪਸ ਬੈਟਰੀ ਤੋਂ ਸਰਕਟ ਪੂਰਾ ਕਰਦਾ ਰਹੇਗਾ। ਹੁਣ A ਅਤੇ C ਪੁਆਇੰਟ ਦੇ ਵਿਚਕਾਰ ਲੱਗੀ ਹੋਈ ਆ ਸਾਡੀ ਬੈਟਰੀ, ਅਤੇ AC ਨੂੰ ਅਸੀਂ ਕਹਿੰਦੇ ਹੈਗੇ ਆ ਬੈਟਰੀ ਆਰਮ। ਅਤੇ B ਅਤੇ D ਦੇ ਵਿੱਚ ਲੱਗਿਆ ਹੋਇਆ ਗਲਵੈਨੋਮੀਟਰ, ਇਸ ਕਰਕੇ BD ਨੂੰ ਅਸੀਂ ਕਹਿ ਦਿੰਦੇ ਹਾਂ ਗਲਵੈਨੋਮੀਟਰ ਆਰਮ। ਗੈਲਵੈਨੋਮੀਟਰ ਆਰਮ।
ਹੁਣ ਅਸੀਂ ਦੇਖੀਏ ਵੀ ਅਨਨੋਨ ਰੈਜ਼ਿਸਟੈਂਸ ਜਿਹੜੀ R4 ਅਸੀਂ ਇੱਥੇ ਕੰਸੀਡਰ ਕੀਤੀ ਹੈ ਇਹਨੂੰ ਕਿਵੇਂ ਫਾਈਂਡ ਕਰਦੇ ਹਾਂ। ਕਿਰਚੋਫ ਲਾ ਨੂੰ ਅਸੀਂ ਯੂਜ਼ ਕਰਨਾ ਹੈ ਇਹਦੇ ਵਿੱਚ। ਤੋਂ ਆਓ ਦੇਖੀਏ ਕਿਸ ਤਰੀਕੇ ਨਾਲ ਕਿਰਚੋਫ ਲਾ ਅਸੀਂ ਯੂਜ਼ ਕਰਦੇ ਹਾਂ। ਪਹਿਲਾ ਰੂਲ ਲਾਈਏ ਕਿਰਚੋਫ ਦਾ ਜਿਹੜਾ ਸੀਗਾ ਸਾਡਾ ਜੰਕਸ਼ਨ ਰੂਲ। ਜੰਕਸ਼ਨ ਰੂਲ ਲਗਾਈਏ ਐਟ ਪੁਆਇੰਟਸ ਬੀ। ਪਹਿਲਾਂ ਬੀ ਤੇ ਲਾਈਏ। ਬੀ ਦੇ ਉੱਤੇ I2 ਬੀ ਵਾਲੇ ਪਾਸੇ ਨੂੰ ਆ ਰਿਹਾ, ਇਸ ਕਰਕੇ ਇਹ ਪੋਜ਼ਿਟਿਵ ਹੋ ਗਿਆ। IG ਤੇ I4 ਦੂਰ ਜਾ ਰਹੇ ਨੇ, ਇਸ ਕਰਕੇ ਇਹ ਨੈਗੇਟਿਵ ਹੋਣਗੇ। ਸੋ -IG -I4 = 0। ਦੂਸਰਾ ਅਸੀਂ ਜਿਹੜਾ ਜੰਕਸ਼ਨ ਰੂਲ ਆ ਉਹ ਲਾਈਏ ਐਟ ਪੁਆਇੰਟ ਡੀ। ਡੀ ਦੇ ਉੱਤੇ IG ਇਹਦੇ ਵੱਲ ਨੂੰ ਆ ਰਿਹਾ, I1 ਵੀ ਇਹਦੇ ਵੱਲ ਨੂੰ ਆ ਰਿਹਾ, ਦੂਰ ਜਾ ਰਿਹਾ ਸਾਡਾ I3। ਸੋ ਇਸ ਕਰਕੇ ਇੱਥੇ ਮਾਈਨਸ ਆ ਗਿਆ, I3 = 0। ਸੋ ਇਹ ਸਾਡੀਆਂ ਦੋ ਇਕੁਏਸ਼ਨਸ ਬਣ ਗਈਆਂ ਜੰਕਸ਼ਨ ਰੂਲ ਤੋਂ। ਇਹਨੂੰ ਬੜੇ ਅੱਛੇ ਤਰੀਕੇ ਨਾਲ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਲੈਕਚਰ ਦੇ ਵਿੱਚ ਦੇਖਿਆ ਸੀ ਵੀ ਜਿਹੜੇ ਕਰੰਟਸ ਪੁਆਇੰਟ ਦੇ ਉੱਤੇ ਪੁਆਇੰਟ ਵੱਲ ਨੂੰ ਜੰਕਸ਼ਨ ਵੱਲ ਨੂੰ ਆ ਰਹੇ ਹੋਣ ਉਹਨਾਂ ਨੂੰ ਪੋਜ਼ਿਟਿਵ ਲੈਂਦੇ ਆ, ਜਿਹੜੇ ਉਹਨਾਂ ਤੋਂ ਦੂਰ ਜਾ ਰਹੇ ਹੋਣ ਜੰਕਸ਼ਨ ਤੋਂ ਉਹਨੂੰ ਅਸੀਂ ਨੈਗੇਟਿਵ ਲੈਂਦੇ ਆ। ਹੁਣ ਇਹ ਤਾਂ ਹੋ ਗਿਆ ਸਾਡਾ ਜੰਕਸ਼ਨ ਰੂਲ। ਹੁਣ ਅਸੀਂ ਅਪਲਾਈ ਕਰੀਏ ਲੂਪ ਰੂਲ। ਸੋ ਨਾਓ ਅਪਲਾਈਂਗ ਲੂਪ ਰੂਲ ਇਨ ਦਿਸ ਸਰਕਟ। ਲੂਪ ਅਸੀਂ ਦੋ ਕੰਸੀਡਰ ਕਰਾਂਗੇ। ਇੱਕ ਤਾਂ ਪਹਿਲਾ A ਤੋਂ ਲੈ ਕੇ B D A। ਸੋ ਫਸਟ ਲੂਪ ਇਜ਼ ਫਰੋਮ A to B। A ਤੋਂ ਚੱਲੇ B ਤੇ ਆ ਗਏ, B ਤੋਂ ਚੱਲੇ D ਤੇ ਆ ਗਏ, D ਤੋਂ ਚੱਲੇ ਦੁਬਾਰੇ A ਤੇ ਆ ਗਏ। ਸੋ my name of the first loop is A B D A। ਹੋ ਜੀ ਲੂਪ ਰੂਲ ਲਗਾਈਏ। A B D A ਦੇ ਵਿੱਚ ਕੋਈ ਬੈਟਰੀ ਹੈ ਨਹੀਂ ਗੀ, ਇਸ ਕਰਕੇ 0 = EMF ਸਾਡੀ 0 ਹੋ ਗਈ, ਸਮ ਆਫ ਦੀ EMFs। ਹੁਣ ਅਸੀਂ A ਤੋਂ B ਤੱਕ ਚੱਲੀਏ। ਕਰੰਟ I2 ਰੈਜ਼ਿਸਟੈਂਸ R2 ਦੇ ਵਿੱਚ ਲੰਘ ਰਿਹਾ, I2 R2। ਇਹ ਦੇਖੀਏ ਪੋਜ਼ਿਟਿਵ ਆਏਗਾ ਕਿ ਨੈਗੇਟਿਵ ਆਏਗਾ, ਕਿਉਂਕਿ ਜੇ ਤਾਂ ਕਲੌਕਵਾਈਜ਼ ਹੋਇਆ ਤਾਂ ਨੈਗੇਟਿਵ, ਜੇ ਐਂਟੀ ਕਲੌਕਵਾਈਜ਼ ਹੋਇਆ ਤਾਂ ਪੋਜ਼ਿਟਿਵ। ਹੁਣ ਆਪਣੇ ਆਪ ਨੂੰ ਇਸ ਲੂਪ ਦੇ ਵਿਚਕਾਰ ਖੜਾ ਮੰਨੋ ਤੇ ਇੱਥੇ ਘੜੀ ਦੀਆਂ ਸੂਈਆਂ ਲਗਾ ਕੇ ਦੇਖੋ ਕਿ I2 ਕਰੰਟ ਕਲੌਕਵਾਈਜ਼ ਹੈ। ਸੋ ਕਲੌਕਵਾਈਜ਼ ਹੈ, ਇਸ ਕਰਕੇ ਇਟ ਵਿਲ ਬੀ ਨੈਗੇਟਿਵ। ਉਸ ਤੋਂ ਬਾਅਦ ਅਸੀਂ B ਤੋਂ ਲੈ ਕੇ ਗਲਵੈਨੋਮੀਟਰ ਦੇ ਥਰੂ D ਤੱਕ ਆਏ ਤਾਂ ਕਰੰਟ ਲੰਘ ਰਿਹਾ ਜੀ, ਇਹ ਵੀ ਸਾਡੇ ਕੋਲੇ ਕਲੌਕਵਾਈਜ਼ ਆ ਤਾਂ ਨੈਗੇਟਿਵ ਹੋਏਗਾ। IG × ਰੈਜ਼ਿਸਟੈਂਸ ਆਫ ਦੀ ਗਲਵੈਨੋਮੀਟਰ ਨੂੰ ਅਸੀਂ GO ਹੀ ਲੈਂਦੇ ਆ ਤਾਂ ਕਿ ਸਾਨੂੰ ਪਤਾ ਲੱਗ ਜਾਏ ਵੀ ਇਹ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਆ। ਉਸ ਤੋਂ ਬਾਅਦ D ਪੁਆਇੰਟ ਤੋਂ ਲੈ ਕੇ ਜਦੋਂ A ਤੱਕ ਆਵਾਂਗੇ ਤਾਂ ਘੜੀ ਦੀਆਂ ਸੂਈਆਂ ਕਲੌਕਵਾਈਜ਼ ਘੁੰਮਦੀਆਂ ਨੇ, ਬਟ ਕਰੰਟ ਆ ਜਿਹੜਾ I1 R1 ਦੇ ਵਿੱਚੋਂ ਦੀ ਉਹ ਐਂਟੀ ਕਲੌਕਵਾਈਜ਼ ਘੁੰਮ ਰਿਹਾ। ਸੋ ਇਸ ਕਰਕੇ +I1 R1। ਸੋ ਇਹ ਮੇਰੀ ਪਹਿਲੇ ਲੂਪ ਦੀ ਇਕੁਏਸ਼ਨ ਬਣ ਗਈ। ਹੁਣ ਮੈਂ ਦੂਸਰੇ ਲੂਪ ਦੀ ਇਕੁਏਸ਼ਨ ਬਣਾਉਂਗਾ। ਲੂਪ ਜਿਹੜਾ ਸੈਕਿੰਡ ਆ ਉਹ ਮੈਂ ਕੰਸੀਡਰ ਕਰਦਾ B ਤੋਂ ਸਟਾਰਟ ਕਰੀਏ, B C D B। ਸੋ ਸੈਕਿੰਡ ਲੂਪ, ਦਿਸ ਵਾਜ਼ ਮਾਈ ਫਸਟ ਲੂਪ ਐਂਡ ਨਾਓ ਸੈਕਿੰਡ ਲੂਪ B C D B। ਇਹ ਲੂਪ ਕੰਸੀਡਰ ਕਰ ਲਿਆ ਜੀ। ਸੋ ਇਹਦੇ ਵਿੱਚ ਅਸੀਂ ਕਿਰਚੋਫ ਰੂਲ ਲਗਾਈਏ। ਕਿਰਚੋਫ ਰੂਲ ਜਿਹੜਾ ਹੈ ਉਹ ਕਿਸ ਤਰ੍ਹਾਂ ਲੱਗੇਗਾ। B ਤੋਂ ਸ਼ੁਰੂ ਹੋਈਏ, ਪਹਿਲਾਂ ਦੇਖੀਏ ਇਹਦੇ ਵਿੱਚ ਕੋਈ ਬੈਟਰੀ ਹੈ ਨਹੀਂ, ਇਹਦਾ ਮਤਲਬ ਸਮ ਆਫ ਦੀ EMFs 0 ਹੋ ਗਈਆਂ। ਸੋ = I4 R4। ਘੜੀ ਦੀਆਂ ਸੂਈਆਂ ਬਣਾ ਲਓ ਇਸ ਲੂਪ ਦੇ ਵਿੱਚ ਤੇ ਘੜੀ ਦੀਆਂ ਸੂਈਆਂ ਦੇਖੋ ਕਿੱਧਰ ਨੂੰ ਘੁੰਮਦੀਆਂ ਨੇ ਕਰੰਟ ਦੇ ਹਿਸਾਬ ਨਾਲ। ਸੋ ਕਰੰਟ ਦੇ ਹਿਸਾਬ ਨਾਲ I4 ਇਜ਼ ਕਲੌਕਵਾਈਜ਼। ਸੋ -I4 R4। ਹੁਣ ਮੈਂ ਆ ਜਾਵਾਂਗਾ I3 R3 ਤੇ ਇਹ ਐਂਟੀ ਕਲੌਕਵਾਈਜ਼ ਆ। ਸੋ +I3 R3। ਇਸੇ ਤਰ੍ਹਾਂ ਗਲਵੈਨੋਮੀਟਰ ਵੀ ਇੱਥੇ ਆ ਗਿਆ। ਸੋ ਆਪਣੇ ਆਪ ਨੂੰ ਤੁਸੀਂ ਇਸ ਲੂਪ ਦੇ ਵਿੱਚ ਮੰਨ ਕੇ ਚੱਲਣਾ ਹੈ।
ਤਾਂ ਇਸ ਲੂਪ ਦੇ ਵਿਦ ਰਿਸਪੈਕਟ ਟੂ ਦੇਖੋ आई जी ਆ ਜਿਹੜਾ ਉਹ ਐਂਟੀ ਕਲੋਕਵਾਈਜ਼ ਆ, ਸੋ ਪਲੱਸ आई जी ਇਨਟੂ ਕੈਪੀਟਲ G। ਸੋ ਦਿਸ ਇਜ਼ ਮਾਈ ਸੈਕੰਡ ਇਕੁਏਸ਼ਨ ਆਫ Kirchhoff's loop rule. This was my first equation of Kirchhoff's loop rule। ਤੇ ਜੰਕਸ਼ਨ ਰੂਲ ਦੀਆਂ ਮੇਰੇ ਕੋਲੇ ਆਲਰੇਡੀ 2 ਇਕੁਏਸ਼ਨਸ ਆ ਚੁੱਕੀਆਂ ਨੇ। ਹੁਣ ਅਸੀਂ ਮੇਨ ਪੁਆਇੰਟ ਤੇ ਆਉਂਦੇ ਹਾਂ। ਮੇਨ ਪਰਪਸ ਵੀਟਸਟੋਨ ਬ੍ਰਿਜ ਦਾ ਕੀ ਹੈ? ਮੇਨ ਪਰਪਸ ਵੀਟਸਟੋਨ ਬ੍ਰਿਜ ਦਾ ਇਹ ਹੈ ਕਿ ਜਦੋਂ ਇਹ ਬ੍ਰਿਜ ਬੈਲੈਂਸਡ ਹੈ, ਬੈਲੈਂਸਡ ਕੰਡੀਸ਼ਨ ਨੂੰ ਕੀ ਕਹਿੰਦੇ ਆ, ਕਿਹੜੀ ਕੰਡੀਸ਼ਨ ਨੂੰ ਬੈਲੈਂਸਡ ਕਹਿੰਦੇ ਆ, ਉਹਨੂੰ ਹੁਣ ਅਸੀਂ 1 ਮਿੰਟ ਦੇਖੀਏ। ਵਾਟ ਇਜ਼ ਦੀ ਬੈਲੈਂਸਡ ਕੰਡੀਸ਼ਨ? ਬੈਲੈਂਸ ਕੰਡੀਸ਼ਨ ਦਾ ਮਤਲਬ ਆ ਵੀ ਰੈਜ਼ਿਸਟੈਂਸਿਸ R1 R2 R3 ਇਹ 3 ਸਾਡੀਆਂ ਰੈਜ਼ਿਸਟੈਂਸ ਨੇ ਜਿਹੜੀਆਂ ਸਟੈਂਡਰਡ ਰੈਜ਼ਿਸਟੈਂਸਿਸ ਨੇ। R4 ਅਸੀਂ ਕਰਨੀ ਆ ਫਾਈਂਡ, ਦਿਸ ਇਜ਼ ਅਨਨੋਨ। R4 ਦੀ ਵੈਲਿਊ ਸਾਨੂੰ ਪਤਾ ਨਹੀਂ ਹੈ, ਬਟ ਹੈਗੀ ਤਾਂ ਹੈ ਰੈਜ਼ਿਸਟੈਂਸ ਇਹ। ਤੋ R1 R2 ਤੇ R3 ਦੇ ਵਿੱਚੋਂ ਅਸੀਂ R3 ਜਿਹੜੀ ਆ ਸਾਡੀ ਇਹਨੂੰ ਚੇਂਜੇਬਲ ਰੈਜ਼ਿਸਟੈਂਸ ਮੰਨ ਕੇ ਚੱਲਦੇ ਹਾਂ, ਚੇਂਜੇਬਲ ਰੱਖਦੇ ਹਾਂ ਇਹਨੂੰ, ਅਸੀਂ ਵੇਰੀਏਬਲ ਰੈਜ਼ਿਸਟੈਂਸ ਰੱਖ ਕੇ ਚੱਲਦੇ ਹਾਂ। ਮਤਲਬ ਇਹਦੀ ਵੈਲਿਊ ਅਸੀਂ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦੇ ਹਾਂ। ਹੁਣ R3 ਨੂੰ ਇਸ ਤਰੀਕੇ ਨਾਲ ਚੇਂਜ ਕਰਦੇ ਹਾਂ ਸੋ ਦੈਟ ਜਿਹੜੀ ਪੁਆਇੰਟਸ B ਐਂਡ D ਇਹ ਦੋਨੇ ਪੁਆਇੰਟਸ ਆ ਜਿਹੜੇ ਉਹ ਸੇਮ ਇਲੈਕਟ੍ਰੀਕਲ ਪੋਟੈਂਸ਼ੀਅਲ ਤੇ ਹੋ ਜਾਣ। ਇਹਨਾਂ ਦੋਨਾਂ ਦੇ ਵਿੱਚ ਜੋ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਬਰਾਬਰ ਹੋ ਜਾਏ। ਪੋਟੈਂਸ਼ੀਅਲ ਡਿਫਰੈਂਸ 0 ਹੋ ਜਾਏ ਤਾਂ ਸੇਮ ਪੋਟੈਂਸ਼ੀਅਲ ਹੋਇਆ ਤਾਂ ਪੋਟੈਂਸ਼ੀਅਲ ਡਿਫਰੈਂਸ ਕੀ ਹੋ ਗਿਆ? 0। ਤਾਂ ਜੇ ਇਹ ਪੋਟੈਂਸ਼ੀਅਲ ਸੇਮ ਹੋ ਜਾਏਗਾ ਸੋ ਦੈਟ ਦੀ ਕਰੰਟ IG, ਤੇ IG ਕੀ ਕਰੇਗਾ ਫਿਰ? 0 ਹੋ ਜਾਏਗਾ, ਕਿਉਂਕਿ ਕਰੰਟ ਓਮਸ ਲਾ ਦੇ ਅਕੋਰਡਿੰਗ ਫਲੋ ਤਾਂ ਹੀ ਕਰ ਸਕਦਾ ਜੇ ਕੋਈ 2 ਪੁਆਇੰਟਸ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਹੋਵੇ। ਤਾਂ ਡਿਫਰੈਂਸ ਜੇ 0 ਹੋ ਗਿਆ ਤਾਂ ਸਾਡੇ ਕੋਲ ਕੀ ਹੋਏਗਾ? IG ਵਿਲ ਬੀ 0। ਸੋ ਇਫ ਐਟ ਬੈਲੈਂਸਡ ਕੰਡੀਸ਼ਨਸ, ਹੁਣ ਅਸੀਂ ਕੀ ਲਿਖਾਂਗੇ? ਬੈਲੈਂਸਡ ਕੰਡੀਸ਼ਨ ਜਦੋਂ ਸਾਡੀ ਅਚੀਵ ਹੋ ਗਈ, ਮਤਲਬ VB = VD ਹੋ ਗਿਆ ਐਂਡ IG = 0 ਹੋ ਗਿਆ, ਫਿਰ ਕੀ ਹੋਏਗਾ? ਫਿਰ ਅਸੀਂ ਹੁਣ ਆਪਣੀਆਂ 4 ਇਕੁਏਸ਼ਨਸ ਨੂੰ ਰਿਵਿਊ ਕਰਾਂਗੇ, ਦੋਨੇ ਜੰਕਸ਼ਨ ਰੂਲ ਦੀਆਂ ਤੇ ਦੋਨੇ ਇਕੁਏਸ਼ਨ ਸਾਡੀਆਂ ਲੂਪ ਰੂਲ ਦੀਆਂ। ਸੋ ਜੰਕਸ਼ਨ ਰੂਲ ਦੀਆਂ ਇਕੁਏਸ਼ਨਸ ਕੀ ਬਣ ਜਾਣਗੀਆਂ? I2 = I4। ਦੇਖੋ IG ਨੂੰ ਅਸੀਂ 0 ਕਰਤਾ, I4 ਨੂੰ ਅਸੀਂ ਦੂਸਰੀ ਸਾਈਡ ਤੇ ਲੈ ਕੇ ਗਏ ਤਾਂ ਉਹ ਬਰਾਬਰ ਆ ਗਿਆ। ਸੋ I2 ਸਾਡਾ I4 ਦੇ ਬਰਾਬਰ ਆ ਗਿਆ। ਦੂਸਰੀ ਇਕੁਏਸ਼ਨ 'ਚੋਂ ਕੀ ਆਏਗਾ? IG ਨੂੰ 0 ਕਰੀਏ ਤਾਂ I1 = ਆ ਗਿਆ ਜੀ ਸਾਡਾ I3। ਹੁਣ ਅਸੀਂ ਜੰਕਸ਼ਨ ਰੂਲ ਦੀਆਂ ਇਕੁਏਸ਼ਨਸ ਤੇ ਆ ਜਾਈਏ, ਲੂਪ ਰੂਲ ਦੀਆਂ ਇਕੁਏਸ਼ਨਸ ਦੇ ਉੱਤੇ। ਪਹਿਲੀ ਇਕੁਏਸ਼ਨ ਜਿਹੜੀ ਹੈ ਸਾਡੀ ਉਹਦੇ ਵਿੱਚ IG ਵਾਲੀ ਟਰਮ 0 ਕਰਾਂਗੇ ਤਾਂ ਕੀ ਬਣਿਆ? ਤਾਂ ਸਾਡੇ ਕੋਲੇ ਆ ਗਿਆ I1 R1 = I2 R2। ਮੈਂ ਇੱਥੇ ਸੈਕਿੰਡ ਟਰਮ IG ਵਾਲੀ 0 ਕਰਤੀ ਤੇ I2 R2 ਮੇਰਾ ਨੈਗੇਟਿਵ ਸੀ, ਇਹਨੂੰ ਮੈਂ ਲੈਫਟ ਸਾਈਡ ਤੇ ਲੈ ਗਿਆ, ਪੋਜ਼ਿਟਿਵ ਹੋ ਗਿਆ। ਤੇ I1 R1 ਮੇਰੇ ਕੋਲ ਪਹਿਲਾਂ ਹੀ ਰਾਈਟ ਸਾਈਡ ਤੇ ਸੀ, ਉਹ ਦੋਨੇ ਇਕੁਅਲ ਬਣ ਗਏ ਸਾਡੇ ਕੋਲੇ। I1 R1 = I2 R2। ਥਰਡ ਇਕੁਏਸ਼ਨ ਕੀ ਬਣੀ? IG ਵਾਲੀ ਟਰਮ ਸਾਡੀ 0 ਹੋ ਜਾਏਗੀ ਤੇ I4 ਨੂੰ ਮੈਂ ਇੱਕ ਪਾਸੇ ਲੈ ਜਾਊਂਗਾ ਤੇ I3 R3 ਨੂੰ ਦੂਜੇ ਪਾਸੇ ਰਹਿ ਜਾਏਗਾ, ਪੋਜ਼ਿਟਿਵ ਹੀ ਆ। ਸੋ ਇਹਦਾ ਮਤਲਬ I3 R3 ਬਰਾਬਰ ਮੇਰੇ ਕੋਲੇ ਆ ਗਿਆ I4 R4। ਲਓ ਜੀ, ਇਹ ਸਾਡੀਆਂ 4 ਇਕੁਏਸ਼ਨਸ ਬਣ ਗਈਆਂ। ਹੁਣ ਜਦੋਂ ਬੈਲੈਂਸਡ ਕੰਡੀਸ਼ਨ ਅਚੀਵ ਹੋ ਚੁੱਕੀ ਹੈ, ਮੀਨਸ IG ਸਾਡਾ 0 ਹੋ ਗਿਆ, ਉਦੋਂ ਅਸੀਂ ਕਹਿੰਦੇ ਹਾਂ ਬ੍ਰਿਜ ਸਾਡਾ ਬੈਲੈਂਸਡ ਆ। ਬ੍ਰਿਜ ਦੀ ਟਰਮ ਕਿਹੜੀ ਆ? ਜਿਹੜੀ B ਤੋਂ ਲੈ ਕੇ D ਤੱਕ ਆਉਂਦੀ ਹੈ, ਬ੍ਰਿਜਿੰਗ ਟਰਮ ਆ ਬਿਟਵੀਨ B ਐਂਡ D। ਹੁਣ ਜਦੋਂ ਸਾਡੇ ਕੋਲ ਇਹ ਇਕੁਏਸ਼ਨਸ ਮਿਲ ਗਈਆਂ ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਹੁਣ ਦੇਖੋ ਜਦੋਂ I2 ਤੇ R4 ਬਰਾਬਰ ਨੇ ਤੇ I1 R3 ਬਰਾਬਰ ਨੇ, ਇਹਨਾਂ ਨੂੰ ਅਸੀਂ ਅਗੇਨ ਇਹਨੂੰ 1 ਕਹਿ ਦਿੰਦਾ, ਮੈਂ ਇਹਨੂੰ 2 ਕਹਿ ਦਿੰਦਾ, ਇਹਨੂੰ 3 ਕਹਿ ਦਿੰਦਾ, ਇਹਨੂੰ 4 ਕਹਿ ਦਿੰਦਾ। ਤੇ 3 ਤੇ 4 ਨੂੰ ਅਸੀਂ ਹੁਣ ਡਿਵਾਈਡ ਕਰ ਦਈਏ ਆਪਸ 'ਚ, ਮਤਲਬ
3 ਨੂੰ ਡਿਵਾਈਡ ਕਰੀਏ 4 ਤੇ ਤਾਂ ਕੀ ਮਿਲਿਆ I1 R1 ਡਿਵਾਈਡਡ ਬਾਏ I3 R3 ਇਕੁਅਲ ਟੂ I2 R2 ਡਿਵਾਈਡਡ ਬਾਏ I4 R4। ਲਓ ਜੀ, ਤੇ ਹੁਣ ਅਸੀਂ ਕਹਿੰਦੇ ਆ ਵੀ I2 ਜਿਹੜਾ ਸਾਡਾ ਉਹ I4 ਦੇ ਬਰਾਬਰ ਆ ਫਸਟ ਇਕੁਏਸ਼ਨ ਤੋਂ। ਜੇ I2 I4 ਦੇ ਬਰਾਬਰ ਆ ਤਾਂ ਆਹ ਦੋਨੇ ਕੈਂਸਲ ਹੋ ਗਏ। ਇਸੇ ਤਰ੍ਹਾਂ I1 I3 ਦੇ ਬਰਾਬਰ ਆ ਤਾਂ ਆਹ ਵਾਲੇ ਦੋਨੇ ਕੈਂਸਲ ਹੋ ਗਏ। ਤਾਂ ਸਾਡੇ ਕੋਲੇ ਕੀ ਰਿਜ਼ਲਟ ਮਿਲਿਆ? ਰਿਜ਼ਲਟ ਮਿਲਿਆ R1 ਅਪੋਨ R3 ਇਕੁਅਲ ਟੂ R2 ਅਪੋਨ R4। ਜਾਂ ਅਸੀਂ ਇਹਨੂੰ ਇੰਟਰਚੇਂਜ ਕਰ ਦਈਏ R2 ਨੂੰ R3 ਦੇ ਨਾਲ ਤਾਂ ਇਹ ਮੇਰੇ ਕੋਲੇ ਮਿਲ ਗਿਆ ਮੈਨੂੰ R1 ਅਪੋਨ R2 ਇਜ਼ ਇਕੁਅਲ ਟੂ R3 ਅਪੋਨ R4। ਸੋ ਦਿਸ ਇਜ਼ ਦੀ ਕੰਡੀਸ਼ਨਸ ਆਫ ਬੈਲੈਂਸ ਬ੍ਰਿਜ। ਚਾਹੇ ਅਸੀਂ ਆਹ ਵਾਲੀ ਯੂਜ਼ ਕਰ ਲਈਏ ਚਾਹੇ ਆਹ ਵਾਲੀ ਯੂਜ਼ ਕਰ ਲਈਏ। ਹੁਣ ਅਸੀਂ ਇਕੁਏਸ਼ਨ ਅਤੇ ਆ ਜੀ ਆਪਣੇ ਸਰਕਟ ਡਾਇਗਰਾਮ ਤੇ ਇਕੁਏਸ਼ਨ ਦੇਖੀਏ ਅਸੀਂ ਕਿਹੜੀ ਬਣਾਈ ਹੈ ਬੈਲੈਂਸਡ ਕੰਡੀਸ਼ਨ ਦੀ। ਜੇਕਰ ਮੈਂ ਪਹਿਲੀਆਂ ਦੋ ਸਾਈਡਾਂ ਦੀ ਰੇਸ਼ੋ ਲੈ ਲਾਂ, ਮਤਲਬ ਪਹਿਲੀਆਂ ਦੋ ਰੈਜ਼ਿਸਟੈਂਸਿਸ ਦੀ ਰੇਸ਼ੋ ਲੈ ਲਾਂ R2 ਬਟੇ R1 ਇਹ ਬਰਾਬਰ ਹੋ ਜੇ ਮੇਰੇ ਕੋਲੇ R4 ਤੇ R3 ਦੇ, R4 ਅਪੋਨ R3 ਤਾਂ ਬ੍ਰਿਜ ਮੇਰਾ ਬੈਲੈਂਸਡ ਹੋਏਗਾ। ਤੋ ਇਹਦੇ ਹੁਣ ਇਹ ਮੈਥਡ ਕੀ ਆ? ਇਹਨੂੰ ਅਸੀਂ ਨਲ ਮੈਥਡ ਕਹਿੰਦੇ ਆ। ਨਲ ਮੈਥਡ ਕਿਉਂ ਕਿਹਾ? ਕਿਉਂਕਿ IG ਆ ਜਿਹੜਾ ਉਹ ਮੇਰੇ ਕੋਲੇ ਨਲ ਹੋ ਗਿਆ, ਉਹ 0 ਹੋ ਗਿਆ। ਹੁਣ ਜੇ IG 0 ਹੋ ਗਿਆ ਤਾਂ ਇਹਦਾ ਮਤਲਬ ਗਲੈਵਨੋਮੀਟਰ ਦੇ ਵਿੱਚੋਂ ਦੀ ਕੋਈ ਕਰੰਟ ਨਹੀਂ ਲੰਘ ਰਿਹਾ। ਅਸੀਂ ਇੱਥੇ ਕੋਈ ਹੋਰ ਮੀਟਰ ਅਪਲਾਈ ਨਹੀਂ ਕੀਤਾ, ਨਾ ਅਸੀਂ ਵੋਲਟ ਮੀਟਰ ਅਪਲਾਈ ਕੀਤਾ, ਨਾ ਅਸੀਂ ਐਮਮੀਟਰ ਅਪਲਾਈ ਕੀਤਾ ਕਰੰਟ ਦੀ ਰੀਡਿੰਗ ਦੇਖਣ ਦੇ ਲਈ। ਹੁਣ ਜਿਹੜਾ ਗਲਵੈਨੋਮੀਟਰ ਅਪਲਾਈ ਕੀਤਾ ਸੀਗਾ ਉਹਦੇ ਵਿੱਚੋਂ ਦੀ ਸਾਡਾ ਕਰੰਟ ਕਿੰਨਾ ਹੋ ਗਿਆ? 0। ਇਹਦਾ ਮਤਲਬ ਇਹ ਵੀ ਸਾਡਾ ਨਲ ਹੋ ਗਿਆ। ਗਲਵੈਨੋਮੀਟਰ ਵੀ ਜਿਹੋ ਜਿਹਾ ਲੱਗਿਆ ਜਿਹੋ ਜਿਹਾ ਨਹੀਂ ਲੱਗਿਆ, ਅਸੀਂ ਸਿਰਫ ਕਰੰਟ ਦੀ ਵੈਲਿਊ ਨੂੰ 0 ਕਰਨ ਦੇ ਲਈ, 0 ਦੇਖਣ ਦੇ ਲਈ ਗਲਵੈਨੋਮੀਟਰ ਲਗਾਇਆ ਸੀ। ਤੇ ਉਹ ਵੀ ਸਾਡੇ ਕੋਲੇ ਮਤਲਬ ਜਿੰਨੇ ਕੰਪੋਨੈਂਟਸ ਲਗਾਏ ਗਏ ਆ ਉਹਨਾਂ ਦੀ ਜਿਹੜੀ ਆਪਣੀ ਰੈਜ਼ਿਸਟੈਂਸ ਆ ਉਹ ਹੁਣ ਸਾਡੀ ਅਨਨੋਨ ਰੈਜ਼ਿਸਟੈਂਸ ਜਿਹੜੀ ਅਸੀਂ ਫਾਈਂਡ ਕਰਨੀ ਹੈ ਉਹਦੇ ਵਿੱਚ ਐਡ ਨਹੀਂ ਹੋਏਗੀ। ਸੋ ਇਟ ਇਜ਼ ਏ ਐਕੂਰੇਟ ਮੈਥਡ ਟੂ ਫਾਈਂਡ ਅਨਨੋਨ ਰੈਜ਼ਿਸਟੈਂਸ। ਸੋ ਓਮਸ ਲਾ ਦੇ ਨਾਲੋਂ ਵੀਟਸਟੋਨ ਬ੍ਰਿਜ ਆ ਜਿਹੜਾ ਇਹ ਐਕੂਰੇਸੀ ਦੇ ਨਾਲ ਅਨਨੋਨ ਰੈਜ਼ਿਸਟੈਂਸ ਫਾਈਂਡ ਕਰਦਾ। ਸੋ ਇਸ ਲਈ ਇਟ ਇਜ਼ ਮੋਸਟ ਇੰਪੋਰਟੈਂਟ। ਸੋ ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਹੁਣ ਇਸ ਦੇ ਨਾਲ ਦੇ ਕੁਐਸਚਨਸ ਆਪਣੀ ਬੁੱਕ ਦੇ ਵਿੱਚੋਂ ਦੇਖ ਕੇ ਉਹਨਾਂ ਨੂੰ ਸੋਲਵ ਕਰਨਾ ਹੈ ਐਂਡ ਪ੍ਰੈਕਟਿਸ ਕਰਨੀ ਹੈ ਸੋ ਦੈਟ you may become familiar with Wheatstone bridge, how to apply in questions। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਅਗਲੇ ਲੈਕਚਰ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਟੇ ਸੇਫ ਐਂਡ ਬੀ ਹੈਲਦੀ। ਥੈਂਕ ਯੂ।